क्या मरियम नवाज वजीर आला है तो आप क्या चीज है? फिर इस्तीफे दे दे। अगर पंजाब में एक औरत गटर में गिरती है, एक औरत गटर में गिरती है, मरियम नवाज उस पर एक्शन लेती है, वो एक्शन लेती है क्योंकि पंजाब की एक औरत गटर में क्यों गिर गई, धकधक किसकी वजह से, किसकी गफलत से खुली थी? होने भी चाहिए, तो इंसानियत है। लेकिन मेरे वजीर आला साहब वो चलते हुए कह रहा है कि हाँ हाँ वो डॉक्टर कत्ल हुई है, हाँ वो आपस में क्या जमीन का तनाजा था, कोई शामिलात का तनाजा था, हाँ हाँ वो आपस में वो कुछ है, हाँ वो क्या उल्लू के पत्ते क्या? बस क्या का जवाब नहीं है कि क्या? यार अफसोस और अफसोस। क्या मरियम नवाज वजीर आला है तो आप क्या चीज है? फिर इस्तीफे दे दे। हम तो थक गए हैं, बार बार मुतालबा करते हैं कि अगर आपसे सूबा संभल नहीं रहा तो दे दे इस्तीफे। आपके वालिद का कोई मिरास तो नहीं है ना? बिस्मिल्लाहिर्रहमानिर्रहीम। अस्सलामु अलैकुम वरहमतुल्लाहि वबरकातुहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसीं सारे ठीक ठाक होवोगे। अल्लाह ताला सब ते रहमत फरमाए, अल्लाह ताला सब नूं अपने हिफ्ज़ो ईमान च रखे। आमीन सुम्मा आमीन। अज दे विलाग दे विच मैं तुहाडे नाल एक इंतहाई अफसोसनाक वाक़या जिहड़ा 22 फरवरी नूं कोहाड़ दे विच DHQ हस्पताल दे विच पेश आया कि एक लेडी डॉक्टर आ जिहदी तुसीं तस्वीर देख रहे हो, ਇਹਦਾ ਨਾਮ ਆ ਡਾਕਟਰ ਮਹਿਵਸ਼ ਰਹੀਮ। ਇਹ ਰਾਤ ਨੂੰ 8 ਵਜੇ ਜਿਸ ਵੇਲੇ ਡਿਊਟੀ ਖਤਮ ਕਰਕੇ ਬਾਹਰ ਨਿਕਲ ਲੱਗਦੀ ਆ, ਰਕਸ਼ੇ ਤੇ ਬਹਿੰਦੀ ਆ ਤੇ ਦੋ ਆਦਮੀ ਪਹਿਲਾਂ ਇਹਦੀ ਤਾੜ ਦੇ ਵਿੱਚ ਬੈਠੇ ਹੁੰਦੇ ਨੇ। ਜੋ ਹੀ ਰਕਸ਼ਾ 200 ਮੀਟਰ ਦੀ ਫਾਸਲੇ ਦੇ ਉੱਤੇ ਜਾਂਦਾ ਤੇ ਇਹਦੇ ਰਕਸ਼ੇ ਨੂੰ ਘੇਰ ਲੈਂਦੇ ਨੇ ਔਰ ਇਹਨੂੰ ਥੱਲੇ ਉਤਾਰ ਕੇ ਤੇ ਇਹਨੂੰ 9 ਗੋਲੀਆਂ ਦੇ ਫਾਇਰ ਮਾਰ ਦਿੰਦੇ ਨੇ। ਉਹਨੂੰ ਮੌਕੇ ਤੇ ਮਾਰ ਕੇ ਤੇ ਆਪ ਫਰਾਰ ਹੋ ਜਾਂਦੇ ਨੇ। ਉਹਦੀ ਮੁਕੰਮਲ ਤਫਸੀਲਾਤ ਕਿ ਇਸ ਡਾਕਟਰ ਦੇ ਨਾਲ ਇਹਨਾਂ ਦੀ ਕਿਹੜੀ ਦੁਸ਼ਮਣੀ ਸੀ ਕਿ ਇਸ ਲੇਡੀ ਡਾਕਟਰ ਨੂੰ ਜਿਹੜੀ ਇਨਸਾਨੀਅਤ ਦੀ ਖਿਦਮਤ ਕਰ ਰਹੀ ਸੀ ਮੌਕੇ 'ਤੇ ਮਾਰ ਕਰ ਫਰਾਰ ਹੋ ਗਏ। ਉਹ ਸਾਰੀ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਹ ਡਾਕਟਰ ਮਹਿਵਸ਼ ਰਹੀਮ ਮੁਲਤਾਨ ਦੇ ਇਲਾਕੇ ਦੀ ਰਹਿਣ ਵਾਲੀ ਸੀ। 2007 ਦੇ ਵਿੱਚ ਕੋਹਾਟ ਗਈ ਸੀ। 19 ਸਾਲ ਹੋ ਗਏ ਸੀ ਕੋਹਾਟ ਰਹਿ ਰਹੀ ਸੀ। ਇਹਨੇ ਉੱਥੇ ਹੀ ਸ਼ਾਦੀ ਕਰ ਲਈ ਇੱਕ ਮੁਹੰਮਦ ਹੁਸੈਨ ਨਾਮੀ ਸ਼ਖਸ ਦੇ ਨਾਲ। ਮੁਹੰਮਦ ਹੁਸੈਨ ਜਿਹੜਾ ਸੀ ਇਹਦਾ ਆਦਮੀ, ਉਹ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਆ। ਇਹਨਾਂ ਨੂੰ ਅੱਲਾਹ ਤਾਲਾ ਨੇ 4 ਬੱਚੇ ਦਿੱਤੇ, ਜਿਹਦੇ ਵਿੱਚ 3 ਬੇਟੇ ਔਰ 1 ਬੇਟੀ। ਹੁਣ ਇਹ ਡਾਕਟਰ ਜਿਹੜੀ ਆ ਮਹਿਵਸ਼ ਰਹੀਮ ਇਹਦਾ ਅਸਲ ਨਾਮ ਆ। ਇਹਦੀ ਡਿਊਟੀ ਟਾਈਮ ਜਿਹੜਾ ਸੀ ਉਹ 12 ਤੋਂ 8 ਵਜੇ ਤੱਕ ਸੀ। 12 ਵਜੇ ਇਹ ਡਿਊਟੀ 'ਤੇ ਜਿਸ ਵੇਲੇ ਆਉਂਦੀ ਆ ਕੇ ਆਪਣੇ ਐਮਰਜੈਂਸੀ ਦੇ ਵਿੱਚ ਇਹਦੀ ਡਿਊਟੀ ਹੁੰਦੀ ਆ ਕੇ ਜਿੰਨੇ ਵੀ ਮਰੀਜ਼ ਆ ਮਰੀਜ਼ਾਂ ਨੂੰ ਚੈੱਕ ਕਰਦੀ ਆ। ਉਸ ਤੋਂ ਬਾਅਦ ਚੈੱਕਅਪ ਕਰਕੇ ਤੇ ਉਹ ਉਹਨਾਂ ਦਾ ਜਿਹੜਾ ਉਹ ਕਾਰਡ ਜਿਹਾ ਹੁੰਦਾ ਪੁਰ ਕਰਕੇ ਦਵਾਈਆਂ ਲਿਖ ਦੇਣੀਆਂ, ਸਾਰਾ ਕੁਝ ਦੇਖ ਦੋ ਕੇ ਮਰੀਜ਼ਾਂ ਨੂੰ। ਤੇ ਇਹ ਉਸ ਤੋਂ ਬਾਅਦ ਇਹਨੇ ਰੋਜ਼ਾ ਰੱਖਿਆ ਹੁੰਦਾ, ਇਫਤਾਰੀ ਦਾ ਟਾਈਮ ਹੋ ਜਾਂਦਾ, ਰੋਜ਼ਾ ਇਫਤਾਰ ਕਰਦੀ ਆ। ਉਸ ਤੋਂ ਬਾਅਦ ਫਿਰ ਇਹ ਆਪਣੇ ਆਫਿਸ ਦੇ ਵਿੱਚ ਜਾ ਕੇ ਬਹਿ ਜਾਂਦੀ ਆ। ਇਹ MO ਮੈਡੀਕਲ ਅਫੀਸਰ ਦਾ ਇਹਦਾ ਅਹੁਦਾ ਆ ਤੇ ਦਫ਼ਤਰ ਦੇ ਵਿੱਚ ਜਾ ਕੇ ਜਿਸ ਵੇਲੇ ਆਫਿਸ 'ਚ ਬਹਿ ਜਾਂਦੀ ਆ, ਉੱਥੇ ਚੈੱਕਅਪ ਕਰਾਉਣ ਵਾਸਤੇ ਔਰਤਾਂ ਆਉਂਦੀਆਂ ਨੇ। ਉਸ ਔਰਤਾਂ ਦੇ ਵਿੱਚ 2 ਔਰਤਾਂ ਐਸੀਆਂ ਆਈਆਂ ਤੇ ਉਹਨਾਂ ਦੇ ਨਾਲ ਉਹਨਾਂ ਦੇ ਸ਼ੌਹਰ ਯਾਨੀ ਖਾਮਦ ਵੀ ਸੀ, ਜਿਹੜੇ ਇਹਦੇ ਆਫਿਸ ਦੇ ਵਿੱਚ ਅੰਦਰ ਆ ਗਏ। ਜਿਸ ਵੇਲੇ ਆਫਿਸ ਦੇ ਵਿੱਚ ਆ ਗਏ, ਇਹ ਡਾਕਟਰ ਸਾਹਿਬਾ ਮਹਿਵਸ਼ ਰਹੀਮ ਕਹਿਣ ਲੱਗੀਆਂ ਕਿ ਤੁਸੀਂ ਮਰਦ ਹੋ, ਇੱਥੇ ਸਿਰਫ ਔਰਤਾਂ ਦਾ ਹੀ ਆਉਣਾ ਜਾਇਜ਼ ਆ ਤੇ ਮਰਦਾਂ ਦਾ ਆਉਣਾ ਜਾਇਜ਼ ਨਹੀਂ, ਤੁਸੀਂ ਬਾਹਰ ਨਿਕਲ ਜਾਓ। ਉਹ ਮਰਦ ਜਿਹੜੇ ਨੇ ਉਹ ਪਠਾਨ ਸੀ, ਉਹ ਅੱਗੋਂ ਵੇਰ ਗਏ। ਉਹ ਕਹਿੰਦੇ ਕਿ ਹਮ ਬਾਹਰ ਨਹੀਂ ਜਾਏਗਾ, ਹਮ ਆਪਣੀ ਔਰਤੋਂ ਕੋ ਚੈੱਕਅਪ ਕਰਾ ਕਰ ਫਿਰ ਹੀ ਬਾਹਰ ਜਾਏਗਾ। ਖੈਰ ਇਹਨੇ ਕਿਹਾ ਕਿ ਔਰਤਾਂ ਤਾਂ ਹੋਰ ਵੀ ਬੈਠੀਆਂ ਨੇ, ਮੈਂ ਔਰਤਾਂ ਨੂੰ ਚੈੱਕ ਕਰ ਰਹੀ ਹਾਂ ਤੇ ਤੁਸੀਂ ਬਾਹਰ ਚੱਲ ਜਾਓ, ਇੱਥੇ ਮਰਦ ਦੀ ਨਹੀਂ ਇਜਾਜ਼ਤ। ਖੈਰ ਉਹ ਪਠਾਨ ਜਿਹੜੇ ਸੀ ਬਹਿਸ ਕਰਨ ਲੱਗ ਪਏ। ਡਾਕਟਰ ਜਿਹੜੀ ਸੀ ਮਹਿਵਸ਼ ਰਹੀਮ, ਇਹਨੇ ਸਿਕਿਉਰਟੀ ਗਾਰਡ ਨੂੰ ਬੁਲਵਾਇਆ ਔਰ ਬੁਲਵਾ ਕੇ ਉਹਨੇ ਕਿਹਾ ਕਿ ਬਾਹਰ 2 ਜਿਹੜੇ ਪੁਲਿਸ ਵਾਲੇ ਖੜੇ ਆ ਉਹਨਾਂ ਨੂੰ ਬੁਲਵਾ ਕੇ ਤੇ ਇਹਨਾਂ ਨੂੰ ਬਾਹਰ ਕੱਢ ਦੇ। ਤੇ ਡਾਕਟਰ ਦੇ ਕਹਿਣ ਦੇ ਉੱਤੇ ਸਿਕਿਉਰਟੀ ਗਾਰਡ ਪੁਲਿਸ ਵਾਲਿਆਂ ਨੂੰ ਲੈ ਕੇ ਆਇਆ। ਇਹਨਾਂ ਦੋਨਾਂ ਬੰਦਿਆਂ ਨੂੰ, ਪਠਾਨਾਂ ਨੂੰ ਬਾਹਰ ਕੱਢ ਦਿੱਤਾ ਔਰ ਉਹਨਾਂ ਦੀ ਬੀਵੀ ਜਿਹੜੀ ਸੀ ਉਹਨਾਂ ਦਾ ਚੈੱਕਅਪ ਕਰਕੇ ਉਹਨਾਂ ਨੂੰ ਵੀ ਬਾਹਰ ਜਿਸ ਵੇਲੇ ਕੱਢਤਾ। ਇਹ ਫਿਰ ਉਸ ਤੋਂ ਬਾਅਦ ਜਿਸ ਵੇਲੇ 8 ਵਜੇ ਆਪਣੇ ਘਰ ਨੂੰ ਜਾਣ ਲੱਗਦੀ ਆ, ਰਕਸ਼ਾ ਮੰਗਵਾਉਂਦੀ ਆ, ਰਕਸ਼ੇ ਦੇ ਵਿੱਚ ਬਹਿੰਦੀ ਆ ਤੇ ਜੋ ਹੀ 200 ਮੀਟਰ ਦੇ ਫਾਸਲੇ ਦੇ ਉੱਤੇ ਜਾਂਦੀ ਆ ਤੇ ਪਿੱਛੋਂ ਇਹ ਜਿਹੜੇ ਪਠਾਨ ਸੀ 2, ਇਹਨਾਂ ਨੇ ਇਸ ਗੱਲ ਦਾ ਬੜਾ ਬੁਰਾ ਮਹਿਸੂਸ ਕੀਤਾ ਕਿ ਇਹ ਡਾਕਟਰ ਨੇ ਸਾਨੂੰ ਦਫ਼ਤਰ ਦੇ ਵਿੱਚੋਂ ਕੱਢ ਦਿੱਤਾ
ਔਰ ਉਹ ਇਸ ਦੀ ਤਾੜ ਦੇ ਵਿੱਚ ਫਿਰ ਬਹਿ ਗਏ। ਜੋ ਹੀ ਇਹ ਡਾਕਟਰ ਰਕਸ਼ੇ ਤੇ ਬਹਿੰਦੀ ਆ ਤੇ 200 ਮੀਟਰ ਦੇ ਫਾਸਲੇ ਦੇ ਉੱਤੇ ਇਹ ਰਕਸ਼ਾ ਜਾਂਦਾ। ਇਹਨੂੰ ਫਿਰ ਅੱਗੋਂ ਰਕਸ਼ੇ ਨੂੰ ਰੋਕ ਲੈਂਦੇ ਨੇ ਔਰ ਰੋਕ ਕੇ ਇਹਨੂੰ ਉਤਾਰਦੇ ਨੇ ਔਰ ਉਤਾਰ ਕੇ ਫਿਰ ਇਹ 3 ਜਣੇ ਹੋ ਜਾਂਦੇ ਨੇ। 2 ਇਹ ਹੁੰਦੇ ਨੇ, ਇੱਕ ਤੀਸਰਾ ਆਦਮੀ ਹੋਰ ਵਿੱਚ ਇੱਕ ਮੁਲਵਸ ਹੁੰਦਾ। ਇਹ 3 ਆਦਮੀ ਜਿਹੜੇ ਨੇ ਇਹ ਰਕਸ਼ੇ ਨੂੰ ਘੇਰ ਕੇ ਤੇ ਇਹਨੂੰ ਥੱਲੇ ਲਾ ਲੈਂਦੇ ਨੇ ਔਰ 9 ਗੋਲੀਆਂ ਦੇ ਫਾਇਰ ਮਾਰ ਕੇ ਤੇ ਦੌੜ ਜਾਂਦੇ ਨੇ, ਫਰਾਰ ਹੋ ਜਾਂਦੇ ਨੇ। ਉੱਥੇ ਫਿਰ ਜਿਹੜੇ ਲੋਕ ਖੜੇ ਹੁੰਦੇ ਨੇ, ਰੌਲਾ ਬਣ ਜਾਂਦਾ, ਇਕੱਠੇ ਹੋ ਜਾਂਦੇ ਨੇ। 15 ਤੇ ਕਾਲ ਹੁੰਦੀ ਆ। ਪੁਲਿਸ ਜਿਹੜੀ ਆ KDA ਦੀ ਥਾਣੇ ਦੀ ਮੌਕੇ ਤੇ ਪਹੁੰਚ ਜਾਂਦੀ ਆ। ਉਸ ਤੋਂ ਬਾਅਦ ਇਹਦੀ ਲਾਸ਼ ਨੂੰ ਚੁੱਕਦੇ ਨੇ, ਪੋਸਟਮਾਰਟਮ ਲਈ ਲੈ ਜਾਂਦੇ ਨੇ ਔਰ ਇਹਦੇ ਸ਼ੌਹਰ ਮੁਹੰਮਦ ਹੁਸੈਨ ਜਿਹੜੇ ਨੇ ਉਹ ਵੀ ਮੌਕੇ ਤੇ ਪਹੁੰਚ ਜਾਂਦੇ ਨੇ। ਉਸ ਤੋਂ ਬਾਅਦ ਇਹਦੀ ਲਾਸ਼ ਨੂੰ ਉਹਦੇ ਹਵਾਲੇ, ਪੁਰਸਾ ਦੇ ਹਵਾਲੇ ਕਰ ਦਿੱਤਾ ਜਾਂਦਾ ਔਰ ਉਹਦੇ ਕਫਨ ਦਫਨ ਦਾ ਇੰਤਜ਼ਾਮ ਕਰਦੇ ਨੇ। ਉਸ ਤੋਂ ਬਾਅਦ ਪੁਲਿਸ ਜਿਹੜੀ ਆ ਇੱਕ FIR 302 ਦੀ ਨਾਮਾਲੂਮ ਅਫਰਾਦ ਦੇ ਖਿਲਾਫ ਦਰਜ ਕਰ ਲੈਂਦੀ ਆ। ਤੁਸੀਂ ਦੇਖੋ ਕਿ ਇੱਕ FIR ਜਿਹੜੀ ਆ ਨਾਮਾਲੂਮ ਅਫਰਾਦ ਦੇ ਖਿਲਾਫ ਦਰਜ ਕੀਤੀ ਗਈ। ਉਹ ਜਿਹੜੀ FIR ਸੀ ਉਹ ਉਹਨਾਂ ਬੰਦਿਆਂ ਦੇ ਨਾਮ ਕਿਉਂ ਦਰਜ ਨਹੀਂ ਕੀਤੇ ਗਏ? ਕਿਉਂਕਿ ਜਦੋਂ ਇੱਕ ਹਸਪਤਾਲ ਦੇ ਵਿੱਚ ਕੋਈ ਵੀ ਮਰੀਜ਼ ਦਵਾਈ ਲੈਣ ਆਂਦਾ, ਅਗਰ ਉਹ ਬੀਵੀਆਂ ਉਹਨਾਂ ਦੀਆਂ ਦਵਾਈ ਲੈਣ ਆਈਆਂ, ਜ਼ਾਹਰ ਉਹਨਾਂ ਦੇ ਸ਼ੌਹਰ ਦਾ ਨਾਮ ਜ਼ਰੂਰ ਲਿਖਿਆ ਗਿਆ ਹੋਏਗਾ। ਲੇਕਿਨ ਇਹਨਾਂ ਨੇ, ਥਾਣੇ ਵਾਲਿਆਂ ਨੇ ਪਰਚੀ ਦੇ ਉੱਤੇ ਉਹਨਾਂ ਦੇ ਸ਼ੌਹਰ ਦਾ ਜਿਹੜਾ ਨਾਮ ਸੀ ਉਹ ਕਿਉਂ ਨਹੀਂ ਚੈੱਕ ਕੀਤਾ? ਕਿਉਂ ਨਹੀਂ FIR ਉਹਨਾਂ ਦੇ ਉੱਤੇ ਨਾਮਜ਼ਦ ਦਰਜ ਕੀਤੀ ਗਈ? ਉਹਨਾਂ ਦੇ ਨਾਮ ਦਾ ਹਜੇ ਤੱਕ ਨਹੀਂ ਪਤਾ ਲੱਗ ਗਿਆ। DPO ਜਿਹੜੇ ਨੇ ਕੋਹਾੜ ਦੇ ਸ਼ਾਹਬਾਜ਼ ਅਲਾਹੀ ਸਾਹਿਬ ਕਹਿੰਦੇ ਨੇ ਕਿ ਅਸੀਂ CCTV ਕੈਮਰਿਆਂ ਦੇ ਜ਼ਰੀਏ ਉਹਨਾਂ ਬੰਦਿਆਂ ਦੀਆਂ ਸ਼ਕਲਾਂ ਪਹਿਚਾਣ ਲੀਆਂ ਔਰ ਉਹਨਾਂ ਨੂੰ ਜਲਦ ਅਸੀਂ ਗ੍ਰਿਫਤਾਰ ਕਰ ਲਾਂਗੇ। ਲੇਕਿਨ ਜਿਹੜੇ ਮੁਲਜ਼ਮ ਨੇ ਹਜੇ ਤੱਕ ਗ੍ਰਿਫਤਾਰ ਨਹੀਂ ਹੋ ਸਕੇ। ਉਸ ਤੋਂ ਬਾਅਦ ਫਿਰ ਸਾਰੇ DHQ ਦੇ ਹਸਪਤਾਲ ਦੇ ਵਿੱਚ ਜਿੰਨੇ ਵੀ ਡਿਪਾਰਟਮੈਂਟ ਸੀ, ਐਮਰਜੈਂਸੀ, OPD, ਸਾਰੇ ਬੰਦ ਕਰ ਦਿੱਤੇ ਗਏ ਔਰ ਡਾਕਟਰਾਂ ਨੇ ਇhtਜਾਜ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਇਹ ਇhtਜਾਜ ਦਾ ਦਾਇਰਾ ਜਿਹੜਾ ਵੱਧਦਾ ਗਿਆ ਔਰ ਪੂਰੇ ਕੋਹਾੜ ਦੇ ਵਿੱਚ ਫੈਲ ਗਿਆ। ਇੱਕ ਬੰਦਾ ਜਿਹੜਾ ਤਕਰੀਰ ਕਰ ਰਿਹਾ, ਮੌਸੂਫ, ਇਹਦਾ ਨਾਮ ਨਹੀਂ ਮੈਂ ਜਾਣਦਾ, ਲੇਕਿਨ ਇਸ ਬੰਦੇ ਨੇ ਬਹੁਤ ਅੱਛੀ ਗੱਲ ਕੀਤੀ ਕਿ ਸੁਹੇਲ ਅਫਰੀਦੀ ਸਾਹਿਬ ਜਿਹੜੇ ਨੇ ਇਹ KPK ਦੇ ਇਹ ਕੀ ਕਰ ਰਹੇ ਨੇ? ਇਹ ਮਰੀਮ ਨਵਾਜ਼ ਨੂੰ ਦੇਖੇ ਕਿ ਉੱਥੇ ਇੱਕ ਗਟਰ ਦੇ ਵਿੱਚ ਔਰਤ ਡਿੱਗ ਗਈ ਸੀ ਔਰ ਮਰੀਮ ਨਵਾਜ਼ ਨੇ ਕਿੱਡਾ ਬੜਾ ਐਕਸ਼ਨ ਲਿਆ ਸੀ, ਸਾਰਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਸੁਹੇਲ ਅਫਰੀਦੀ ਸਾਹਿਬ ਕੋਲੋਂ ਅਗਰ ਸੂਬਾ ਨਹੀਂ ਚੱਲਦਾ ਤੇ ਉਹ ਰਿਜ਼ਾਈਨ ਕਰ ਦੇਣ, ਅਸਤੀਫਾ ਦੇ ਦੇਣ। ਇਸ ਬਜ਼ੁਰਗ ਦਾ ਮੁਤਾਲਬਾ ਇਹ ਸੀ। ਗੱਲ ਇਹ ਆ ਕਿ ਅਗਰ ਡਾਕਟਰ ਮਹਿਵਸ਼ ਇਸ ਤਰ੍ਹਾਂ ਕਤਲ ਹੋ ਸਕਦੀ ਆ, ਸਿਰਫ ਉਹਨੇ ਕੀ ਕਿਹਾ ਕਿ 2 ਬੰਦਿਆਂ ਨੂੰ ਬਾਹਰ ਕੱਢ ਦਿੱਤਾ। ਉਹ ਪਠਾਨ ਏਡੇ ਜ਼ਿੱਦੀ ਸੀ, ਉਹ ਦਿਲ ਤੇ ਲੈ ਗਏ ਤੇ ਉਸ ਵਿਚਾਰੀ ਨੂੰ ਮਾਰ ਦਿੱਤਾ। ਹਾਲਾਂਕਿ ਉਹਦੇ ਨਾਲ ਨਾ ਕੋਈ ਜ਼ਮੀਨ ਦਾ ਤਨਾਜ਼ਾ ਸੀ, ਨਾ ਕੋਈ ਜ਼ਿਆਦਾ ਪੁਰਾਣੀ ਦੁਸ਼ਮਣੀ ਸੀ, ਲੇਕਿਨ ਇੱਕ ਡਾਕਟਰ ਜਿਹੜੇ ਮਸੀਹਾ ਹੁੰਦੇ ਨੇ 24 ਘੰਟੇ ਆਪਣੀ ਡਿਊਟੀ ਤੇ ਰਹਿੰਦੇ ਨੇ, ਮਰੀਜ਼ਾਂ ਨੂੰ ਵੇਖਦੇ ਨੇ, ਕੋਈ ਐਮਰਜੈਂਸੀ 'ਚ ਆਵੇ, ਕੋਈ ਕਿਸ ਤਰ੍ਹਾਂ ਹੋਵੇ, ਦੌੜ ਭੱਜ ਕਰਦੇ ਨੇ। ਡਾਕਟਰ ਇੱਕ ਸ਼ੋਭਾ ਹੀ ਐਸਾ ਆ ਜਿਹੜਾ ਖਿਦਮਤ-ਏ ਖਲਕ ਵਾਲਾ ਸ਼ੋਭਾ ਆ। ਡਾਕਟਰ ਮਹਿਵਸ਼ ਦੱਸ ਰਹੇ ਨੇ ਕਿ ਇੱਕ ਬਹੁਤ ਅੱਛੀ ਨੇਕ ਸੀਰਤ ਔਰਤ ਸੀ ਔਰ ਬੜੀ ਜ਼ਿੰਦਾ ਦਿਲ ਔਰਤ ਸੀ ਔਰ ਇਨਸਾਨੀਅਤ ਦੀ ਖਿਦਮਤ ਕਰਦੀ ਸੀ। ਅਗਰ ਕੋਈ ਮਰੀਜ਼ ਗਰੀਬ ਆਂਦਾ ਸੀ ਤੇ ਉਹਨੂੰ ਰੈਫਰ ਕਰ ਦਿੰਦੀ ਸੀ ਕਿ ਜਿਹੜਾ ਜ਼ਕਾਤ ਫੰਡ ਦੇ ਵਿੱਚੋਂ ਇਹਦਾ ਇਲਾਜ ਕੀਤਾ ਜਾਵੇ। ਇਸ ਤਰ੍ਹਾਂ ਦੀ ਇੱਕ ਬਹੁਤ ਹੀ ਨੇਕ ਸੀਰਤ ਡਾਕਟਰ ਮਹਿਵਸ਼, ਤੇ ਜਿਹਨੂੰ ਬੇਦਰਦੀ ਦੇ ਨਾਲ ਔਰ ਉਹਦਾ ਗੁਨਾਹ ਵੀ ਕੋਈ ਨਹੀਂ ਕਤਲ ਕਰ ਦਿੱਤਾ ਗਿਆ। ਤੇ ਇਹਦੇ ਮੁਲਜ਼ਮਾਨ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲੈਣਾ ਚਾਹੀਦਾ ਔਰ ਉਹਨਾਂ ਨੂੰ ਕੈਫਰੇ ਕਿਰਦਾਰ ਤੱਕ ਪਹੁੰਚਾਉਣਾ ਚਾਹੀਦਾ। ਅੱਜ ਕੱਲ੍ਹ ਕੁਵਤ-ਏ ਬਰਦਾਸ਼ਤ ਕਿਸੇ 'ਚ ਵੀ ਨਹੀਂ ਹੈਗੀ। ਪਤਾ ਨਹੀਂ ਕੀ ਗੱਲ ਹੋ ਗਈ ਆ, ਸਾਰੀ ਦੁਨੀਆ ਨਫਸੋ ਨਫਸੀ ਪਈ ਆ, ਕਿਸੇ 'ਚ ਬਰਦਾਸ਼ਤ ਨਹੀਂ ਹੈਗੀ। ਬਸ ਉਹ ਕੁਵਤ-ਏ ਬਰਦਾਸ਼ਤ ਨਾ ਹੋਣ ਦੀ ਵਜ੍ਹਾ ਨਾਲ ਇਹ ਸਾਰਾ ਵਾਕਿਆ ਪੇਸ਼ ਆਇਆ। ਅੱਲਾਹ ਤਾਲਾ ਸਭ ਤੇ ਰਹਿਮਤਾਂ ਫਰਮਾਏ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਮਾਨ 'ਚ ਰੱਖੇ। ਅਸਲਾਮੁ ਅਲੈਕੁਮ ਵਰਹਿਮਤੁல்லாਹਿ ਵਬਰਕਾਤੁਹੂ।